ਹਾਈ ਕੁਆਲਿਟੀ ਜਰਨਲਿਜ਼ਮ ਦੀ ਅੱਜ ਲੋੜ ਹੈ ਕੈਨੇਡਾ ਦੇ ਵਿੱਚ ਤਾਂ ਕਿ ਅਸੀਂ ਆਪਣੇ ਇਸ਼ੂਜ਼ ਨੂੰ ਚੰਗੇ ਤਰੀਕੇ ਨਾਲ ਉਭਾਰ ਸਕੀਏ ਅਤੇ ਅੱਗੇ ਲਿਆ ਸਕੀਏ। ਇਸ ਨੂੰ ਹੀ ਮੁੱਖ ਰੱਖਦੇ ਹੋਏ ਦਰਪਣ ਮੈਗਜ਼ੀਨ ਵੱਲੋਂ ਇੱਕ ਉਪਰਾਲਾ ਕੀਤਾ ਜਾਂਦਾ ਹੈ ਕਿ ਹਾਈ ਕੁਆਲਿਟੀ ਦੀ ਜਰਨਲਿਜ਼ਮ ਲੋਕਾਂ ਤੱਕ ਲਿਆਂਦੀ ਜਾਵੇ। ਉਸੇ ਸੰਬੰਧ ਵਿੱਚ ਆਓ ਕੁਝ ਜਾਣਕਾਰੀ ਲੈਂਦੇ ਹਾਂ ਰਮਨੀਕ ਸਿੰਘ ਢਿੱਲੋਂ ਵੱਲੋਂ, ਜਿਹੜੇ ਕਿ ਇਸ ਮੈਗਜ਼ੀਨ ਦੇ ਪਬਲਿਸ਼ਰ ਹਨ, ਅਤੇ ਇਹਨਾਂ ਵੱਲੋਂ ਹਰ ਸਾਲ ਇੱਕ ਫੰਕਸ਼ਨ ਵੀ ਕਰਵਾਇਆ ਜਾਂਦਾ ਹੈ ਜਿਸ ਵਿੱਚ ਕਿ ਜਿਹੜੇ ਲੋਕਾਂ ਨੇ ਆਪਣੇ ਆਪਣੇ ਕਿੱਤੇ ਵਿੱਚ ਕੋਈ ਨਾ ਕੋਈ ਅਚੀਵਮੈਂਟ ਕੀਤੀ ਹੈ ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ। ਲੈਟਸ ਵੈਲਕਮ ਰਮਨੀਕ ਢਿੱਲੋਂ ਜੀ। ਆਨੰਦ ਜੀ, ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ ਰਮਨੀਕ, ਥੋੜਾ ਜਿਹਾ ਪਿਛੋਕੜ ਕਿ ਦਰਪਣ ਸਟਾਰਟ ਕਰਨ ਦਾ ਕਿਵੇਂ ਮਨ ਵਿੱਚ ਆਇਆ ਤੇ ਜਿਹੜਾ ਤੁਸੀਂ ਮੈਗਜ਼ੀਨ ਲੈ ਕੇ ਆਏ ਇਸ ਪਿੱਛੇ ਕੀ ਉਦੇਸ਼ ਕੀ ਸੀ? ਹਰਪ੍ਰੀਤ ਜੀ, ਮੈਗਜ਼ੀਨ ਅਸੀਂ 2004 ਦੇ ਵਿੱਚ ਸਟਾਰਟ ਕੀਤਾ ਸੀਗਾ, ਮੇਰੇ ਪਾਰਟਨਰ ਨੇ ਗੁਰਵਿੰਦਰ ਹੁੰਦਲ ਜੀ। ਸੋ ਸਾਡਾ ਦੋਵਾਂ ਦਾ ਇਹ ਇੱਕ ਮਕਸਦ ਸੀਗਾ ਕਿ ਇਨ 2004 ਨਿਊਜ਼ਪੇਪਰਸ ਕਾਫੀ ਆਲਰੇਡੀ ਮੀਡੀਆ ਦੇ ਵਿੱਚ ਸੀਗੇ ਐਂਡ ਗੁਰਵਿੰਦਰ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਸ ਮੇਰੇ ਸੀਨੀਅਰ ਪਾਰਟਨਰ ਨੇ, ਉਹਨਾਂ ਨੂੰ ਕਾਫੀ ਇਸ ਮੀਡੀਆ ਦੇ ਵਿੱਚ ਕਾਫੀ ਇਸ ਬਾਰੇ ਨੌਲੇਜ ਸੀਗੀ ਆਲਰੇਡੀ ਕਿ ਔਰ ਉਹਨਾਂ ਨੇ ਹੀ ਸੋਚਿਆ ਕਿ ਕਿਉਂ ਨਾ ਇੱਕ ਨਿਊਜ਼ਪੇਪਰਸ ਆਲਰੇਡੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਾਫੀ ਹੋ ਚੁੱਕੇ ਸਨ, ਨਿਊਜ਼ਪੇਪਰਸ ਨੂੰ ਛੱਡ ਕੇ ਕਿਉਂ ਨਾ ਇੱਕ ਮੈਗਜ਼ੀਨ ਸਟਾਰਟ ਕੀਤਾ ਜਾਵੇ, ਇੱਕ ਹਾਈ ਕੁਆਲਿਟੀ ਗਲੋਸੀ ਮੈਗਜ਼ੀਨ ਕਮਿਊਨਿਟੀ ਨੂੰ ਦਿੱਤਾ ਜਾਵੇ, ਕਿਉਂਕਿ ਨੀਡ ਸੀਗੀ ਐਟ ਦੈਟ ਟਾਈਮ। ਸੋ ਇਨ 2004 ਉਹਨਾਂ ਦਾ ਇਹ ਆਈਡੀਆ ਸੀਗਾ ਕਿ ਕਿਉਂ ਨਾ ਮੇਰੇ ਨਾਲ ਰਲ ਕੇ ਤੁਸੀਂ ਇੱਕ ਆਪਾਂ ਮੈਗਜ਼ੀਨ ਦਾ ਉਪਰਾਲਾ ਕਰੀਏ। ਠੀਕ, ਹੁਣ ਇਹ ਜਿਹੜੇ ਤੁਸੀਂ ਇਸ਼ੂਜ਼ ਲੈ ਕੇ ਆਉਂਦੇ ਹੋ ਉਹ ਕਿਸ ਤਰ੍ਹਾਂ ਚਾਹੁੰਦੇ ਹੋ ਤੇ ਕਿਸ ਤਰੀਕੇ ਦਾ ਉਹਨਾਂ ਦਾ ਰੈਲੇਵੈਂਸ ਹੁੰਦੀ ਹੈ ਕਮਿਊਨਿਟੀ ਨੂੰ? ਜਿਹੜੇ ਇਸ਼ੂਜ਼ ਹੈਗੇ ਨੇ, ਸਾਡੇ ਕੋਈ ਇੱਕ ਰਾਈਟਰਸ ਦਾ ਪੈਨਲ ਹੈਗਾ 10 ਤੋਂ 15 ਦੇ ਵਿੱਚ ਸਾਡੇ ਕੋਲ ਰਾਈਟਰਸ ਹੈਗੇ ਨੇ ਜਿਹੜੇ ਸਾਨੂੰ ਆਪਣੇ ਵਿਊਜ਼ ਦਿੰਦੇ ਨੇ ਔਰ ਔਨ ਐਂਡ ਆਫ ਅਸੀਂ ਉਹਨਾਂ ਦੇ ਵਿਊਜ਼ ਲੈਂਦੇ ਵੀ ਰਹਿੰਦੇ ਹਾਂ। ਬਾਕੀ ਹੋਰ ਵੀ ਥਰੂ ਵੈਬਸਾਈਟ ਔਰ ਥਰੂ ਦ ਮੈਗਜ਼ੀਨ ਇਟਸੈਲਫ ਜਾਂ ਬਾਕੀ ਜਿਹੜੇ ਵੀ ਆਪਣੇ ਕਮਿਊਨਿਟੀ ਦੇ ਸ਼ੋਜ਼ ਹੈਗੇ ਨੇ ਉਹਨਾਂ 'ਤੇ ਜਾ ਕੇ ਅਸੀਂ ਲੋਕਾਂ ਤੋਂ ਉਹਨਾਂ ਤੋਂ ਪੁੱਛਦੇ ਰਹਿੰਦੇ ਹਾਂ ਕਿ ਕੀ ਉਹ ਦੇਖਣਾ ਚਾਹੁੰਦੇ ਨੇ ਮੈਗਜ਼ੀਨ ਦੇ ਵਿੱਚ, ਔਰ ਇਸੇ ਤਰ੍ਹਾਂ ਅਸੀਂ ਐਡੀਟੋਰੀਅਲ ਇਜ਼ ਬੇਸਡ ਔਨ ਵਾਟ ਕਮਿਊਨਿਟੀ ਵਾਂਟਸ ਟੂ ਸੀ। ਰਾਈਟ, ਐਂਡ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਮਿਊਨਿਟੀ ਨਾਲ ਇੰਟਰੈਕਸ਼ਨ ਕਰਦੇ ਹੋ, ਉਹਨਾਂ ਦੇ ਜੋ ਸੋਚ ਹੈ ਉਸ ਨੂੰ ਮੁੱਖ ਰੱਖ ਕੇ ਅੱਗੇ ਲੈਂਦੇ ਹੋ। ਨਾਲ ਹੀ ਤੁਹਾਡੇ ਮੈਗਜ਼ੀਨ ਵਿੱਚ ਇੱਕ ਚੀਜ਼ ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਤੁਸੀਂ ਹਮੇਸ਼ਾ ਹੀ ਕੋਈ ਨਾ ਕੋਈ ਐਸਾ ਵਿਅਕਤੀ ਜ਼ਰੂਰ ਉਭਾਰਦੇ ਹੋ ਜਿਹਦੀ ਕਿ ਕੋਈ ਨਾ ਕੋਈ ਵੱਡੀ ਅਚੀਵਮੈਂਟ ਹੋਏ ਤੇ ਕਮਿਊਨਿਟੀ ਨੂੰ ਹੀ ਰਿਪਰੈਜ਼ੈਂਟ ਕਰਦਾ ਹੈਗਾ। ਇਹ ਆਈਡੀਆ ਕਿਵੇਂ ਆਇਆ ਕਿ ਕਮਿਊਨਿਟੀ ਵਿੱਚੋਂ ਕੋਈ ਐਸੀ ਸ਼ਖਸੀਅਤ ਨੂੰ ਅੱਗੇ ਲਿਆਂਦਾ ਜਾਏ ਤਾਂ ਕਿ ਲੋਕ ਵੀ ਇੰਸਪਾਇਰ ਹੋਣ ਤੇ ਬੱਚੇ ਵੀ ਇੰਸਪਾਇਰ ਹੋਣ? ਹਰਪ੍ਰੀਤ ਜੀ, ਕਮਿਊਨਿਟੀ ਇਸ ਵੇਲੇ ਆਪਣਾ ਦੇਖਿਆ ਜਾਵੇ ਸਾਊਥ ਏਸ਼ੀਅਨ ਕਮਿਊਨਿਟੀ ਹੈਜ਼ ਅਚੀਵਡ ਅ ਲੋਟ ਤੇ ਬਾਕੀ ਇਨ ਦ ਪਾਸਟ ਜਿੱਦਾਂ ਕਈ ਆਪਣੀ ਕਮਿਊਨਿਟੀ ਦੀ ਇਹ ਸ਼ਿਕਾਇਤ ਵੀ ਸੀਗੀ ਕਿ ਮੇਨ ਸਟ੍ਰੀਮ ਕਮਿਊਨਿਟੀ ਜਿਹੜੀ ਆ ਓਨਲੀ ਜਿਹੜੇ ਆਪਣੇ ਨੈਗੇਟਿਵ ਐਸਪੈਕਟਸ ਹੈਗੇ ਨੇ ਕਾਫੀ ਹਾਈਲਾਈਟ ਕੀਤੇ ਜਾ ਰਹੇ ਸੀਗੇ ਐਂਡ ਮੇ ਬੀ ਫੇਅਰ ਔਰ ਅਨਫੇਅਰ ਇਹ ਕਾਫੀ ਹੋ ਰਿਹਾ ਸੀਗਾ। ਸੋ ਸਾਡਾ ਇਹ ਗੋਲ ਸੀਗਾ ਕਿ ਕਿਉਂ ਨਾ ਅਸੀਂ ਮੇਨ ਸਟ੍ਰੀਮ ਕਮਿਊਨਿਟੀ ਨੂੰ ਵੀ ਔਰ ਆਪਣੀ ਕਮਿਊਨਿਟੀ ਨੂੰ ਵੀ ਦੱਸੀਏ ਕਿ ਨਹੀਂ, ਸਭ ਕੁਛ ਮਾੜਾ ਹੀ ਨਹੀਂ ਹੋ ਰਿਹਾ। We have individuals ਜਿਨ੍ਹਾਂ ਨੇ ਬਹੁਤ, ਜਿਨ੍ਹਾਂ ਦੀਆਂ ਅਚੀਵਮੈਂਟਸ ਹੈ ਨਾਟ ਓਨਲੀ ਐਟ ਲੋਕਲ ਲੈਵਲ ਬਟ ਐਟ ਇੰਟਰਨੈਸ਼ਨਲ ਸਟੇਜ ਦੇ ਹੈਵ ਅਚੀਵਡ ਅ ਲੋਟ। ਸੋ ਇਹ ਗੋਲ ਸੀਗਾ ਕਿ ਕਿਉਂ ਨਾ ਅਸੀਂ ਉਹ ਲੋਕ ਅੱਗੇ ਲਿਆਈਏ ਜਿਨ੍ਹਾਂ ਨੇ ਇੱਥੇ ਨਹੀਂ ਸਿਰਫ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਨਾਟ ਓਨਲੀ ਇਨ ਕੈਨੇਡਾ ਬਟ ਐਟ ਇੰਟਰਨੈਸ਼ਨਲ ਸਟੇਜ ਉਹਨਾਂ ਨੇ ਕਾਫੀ ਕੁਛ ਅਚੀਵ ਕੀਤਾ ਹੋਇਆ ਜੀ। ਸੋ ਰਮਨੀਕ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਾਈ ਸਟੈਂਡਰਡ ਤੁਸੀਂ ਮੇਨਟੇਨ ਰੱਖਿਆ ਹੋਇਆ ਤੇ ਮੁੱਖ ਮਕਸਦ ਇਹ ਹੈ ਕਿ ਕਮਿਊਨਿਟੀ ਦੇ ਵਿੱਚ ਜੋ ਚੰਗੀ ਪੋਜ਼ਿਟਿਵਿਟੀਜ਼ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏ। ਪਰ ਅੱਜ ਕੰਪੀਟੀਟਿਵ ਯੁੱਗ ਹੈਗਾ, ਇੰਟਰਨੈਟ ਦਾ ਅੱਜ ਯੁੱਗ ਹੈਗਾ ਤੇ ਇਸ ਮੈਗਜ਼ੀਨ ਨੂੰ ਤੁਸੀਂ ਅੱਗੇ ਇਸ ਕੁਆਲਿਟੀ ਨੂੰ ਮੇਨਟੇਨ ਕਰਨ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹੋ। ਆਫ ਕੋਰਸ ਚੈਲੰਜਸ ਵੀ ਫੇਸ ਕਰਦੇ ਹੋਗੇ। ਸੋ ਕੀ ਇਹ ਜਿਹੜਾ ਇੰਟਰਨੈਟ ਦਾ ਯੁੱਗ ਹੈ ਕਿ ਤੁਸੀਂ ਇਸ ਨੂੰ ਵੀ ਮੁੱਖ ਰੱਖ ਕੇ ਇਸ ਨੂੰ ਉਹ ਵੀ ਪਾਲਿਸੀਜ਼ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਸ ਨੂੰ ਅੱਗੇ ਲਿਆ ਰਹੇ? ਡੈਫੀਨੇਟਲੀ, ਜਿੱਦਾਂ ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਮਾਰਕੀਟ ਚੇਂਜ ਹੁੰਦੀ ਹੈ, ਤੁਹਾਨੂੰ ਉਸ ਦੇ ਨਾਲ ਨਾਲ ਜੇ ਤੁਸੀਂ ਇਵੋਲਵ ਨਹੀਂ ਹੁੰਦੇ ਤੇ ਦੈਨ ਓਬਵੀਅਸਲੀ ਤੁਸੀਂ ਆਪਣੇ ਬਿਜ਼ਨਸ ਨੂੰ ਹੀ ਹਰਟ ਕਰ ਰਹੇ ਹੋ। ਸੋ ਅਸੀਂ ਕਾਫੀ ਕੁਛ ਨਵਾਂ ਅਪਣਾ ਵੀ ਰਹੇ ਹਾਂ, ਜਿੱਦਾਂ ਵੈਬਸਾਈਟ ਸਾਡੀ darpanmagazine.com, ਇਸ 'ਤੇ ਅਸੀਂ ਜਿਹੜੇ ਵੀ ਮੈਗਜ਼ੀਨ ਦੇ ਵਿੱਚ ਆਰਟੀਕਲਸ ਹੁੰਦੇ ਨੇ ਉਹ ਐਜ਼ ਇਟ ਇਜ਼ ਲੋਕੀ ਜੇ ਚਾਹੁਣ ਤਾਂ ਵੈਬਸਾਈਟ 'ਤੇ ਵੀ ਪੜ੍ਹ ਸਕਦੇ ਨੇ ਔਰ ਬਾਕੀ ਹਰ 2 ਹਫ਼ਤੇ ਦੇ ਬਾਅਦ ਅਸੀਂ ਇੱਕ ਨਿਊਜ਼ ਲੈਟਰ ਭੇਜਦੇ ਹਾਂ ਲੋਕਾਂ ਨੂੰ, ਸੋ ਜਸਟ ਟੂ ਕੀਪ ਦੈਮ ਅਪਡੇਟਡ ਕਿ ਹਾਂ ਇਹ ਪਾਸਟ 2 ਹਫ਼ਤਿਆਂ ਦੇ ਵਿੱਚ ਆਹ ਕੁਛ ਹੋਇਆ, ਉਹਨਾਂ ਨੂੰ ਅਪਡੇਟ ਕਰਦੇ ਰਹਿੰਦੇ ਕਿ ਇਹ ਕੁਛ ਹੋ ਰਿਹਾ ਤੁਹਾਡੇ ਆਲੇ ਦੁਆਲੇ ਦੇ ਵਿੱਚ। ਤੇ ਬਾਕੀ ਇਹ ਕਿ ਮੈਗਜ਼ੀਨ ਜਿਹੜਾ ਨੋ ਡਾਊਟ ਇੰਡਸਟਰੀ ਇਜ਼ ਚੇਂਜਿੰਗ, ਬਾਕੀ ਜਿਹੜੀ ਪ੍ਰਿੰਟ ਮੀਡੀਆ ਹੈਗਾ ਇਜ਼ ਦੀ ਓਲਡੈਸਟ form or print ਜਿਹੜੀ ਆ no matter what, this is what can be a substitute for this. Yes, so this is what I believe in and this is what I think will happen. ਜੇ ਤੁਹਾਡੀ ਮੈਗਜ਼ੀਨ ਜਾਂ ਕੋਈ ਵੀ ਤੁਸੀਂ ਕੁਛ ਵੀ ਪਬਲਿਸ਼ ਕਰਦੇ ਹੋ, ਜੇ ਕੁਆਲਿਟੀ ਤੁਸੀਂ ਮੇਨਟੇਨ ਕਰਦੇ ਹੋ, regardless whatever happens it will survive.
ਸਾਊਥ ਏਸ਼ੀਅਨ ਮੀਡੀਆ ਦੀ ਥੋੜੀ ਜਿਹੀ ਗੱਲਬਾਤ ਕਰੀ ਕਿ ਇੱਥੇ ਦੇਖ ਰਹੇ ਹਾਂ ਕਿ ਇਹਨਾਂ ਮੁਲਕਾਂ 'ਚ ਆ ਕੇ ਜਿੱਥੇ ਅਸੀਂ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ, ਉਸ ਵਿੱਚ ਸਾਡੀ ਇਵੋਲਵਮੈਂਟ ਹੋ ਰਹੀ ਹੈ, ਸਾਡੀ ਮੀਡੀਆ ਦੀ ਵੀ ਹੋ ਰਹੀ ਹੈ। ਪਰ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆਮ ਤੌਰ ਤੇ ਵੇਖੀ ਜਾਂਦੀ ਹੈ ਕਿ ਇੱਥੇ ਲੋਕ ਅਖਬਾਰਾਂ ਦੀ ਅਸੀਂ ਗੱਲ ਕਰ ਲਈਏ, ਉਹ ਵੀ ਇੱਕ ਮੁਫਤ ਦਾ ਜਿਹੜਾ ਇੱਕ ਸਿਸਟਮ ਬਣਿਆ ਪਿਆ ਹੈਗਾ ਕਿ ਮੁਫਤ ਅਖਬਾਰਾਂ ਪੜ੍ਹ ਲਈਆਂ ਤਾਂ ਠੀਕ ਹੈ, ਜਾਂ ਈਵਨ ਸਾਹਿਤ ਦੀ ਜਦੋਂ ਅਸੀਂ ਗੱਲ ਕਰਨੇ ਆ, ਬੁੱਕਸ ਵਗੈਰਾ ਦੀ ਵੀ ਜਿਹੜੇ ਪਬਲਿਸ਼ਰਸ ਆਉਂਦੇ ਨੇ, ਉਹ ਗੱਲ ਬਣ ਨਹੀਂ ਰਹੀ ਹੈਗੀ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕਿ ਪੜ੍ਹ ਕੇ ਖਰੀਦ ਕੇ ਉਹ ਪੜ੍ਹਨ, ਉਹ ਵਾਲੀ ਚੀਜ਼ ਨਜ਼ਰ ਨਹੀਂ ਆ ਰਹੀ। ਇਹਦਾ ਕਿੰਨਾ ਕੋਈ ਇੰਪੈਕਟ ਪੈਂਦਾ ਹੈਗਾ ਇਸ ਇੰਡਸਟਰੀ ਨੂੰ? ਸਰ ਇੰਪੈਕਟ ਤਾਂ ਬਹੁਤ ਜ਼ਿਆਦਾ ਹੈਗਾ ਇਸ ਗੱਲ ਦਾ। ਸੋ ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਹਾਂਜੀ ਜੇ ਉਹ ਬਾਏ ਕਰਕੇ ਪੜ੍ਹਦੇ ਨੇ, ਓਬਵੀਅਸਲੀ ਇਹ ਤੁਹਾਨੂੰ ਬਿਜ਼ਨਸ ਦੇ ਵਿੱਚ ਹੈਲਪ ਕਰੇਗਾ, ਔਰ ਇਹ ਜਿਹੜਾ ਤੁਹਾਡਾ ਐਕਸਟਰਾ ਰੈਵਨਿਊ ਹੈਗਾ, ਯੂ ਕੈਨ ਇਨਵੈਸਟ ਦੈਟ ਬੈਕ ਇਨਟੂ ਦ ਬਿਜ਼ਨਸ। ਬਾਕੀ ਇਹ ਕਿ ਫੋਰ ਐਗਜ਼ਾਮਪਲ ਜਿੱਦਾਂ ਮੈਂ ਹੁਣ ਬਾਕੀਆਂ ਦੀ ਐਗਜ਼ਾਮਪਲ ਨਾ ਦਿੰਦਾ ਹੈ, ਜਿੱਦਾਂ ਮੈਂ ਆਪਣੇ ਦੱਸਦਾ ਕਿ ਈਵਨ ਦੋ ਸਾਡਾ ਮੈਗਜ਼ੀਨ ਬਹੁਤ ਹੀ ਅਸੀਂ ਗਲੋਸੀ ਮੈਗਜ਼ੀਨ ਆ, ਹਾਈ ਕੁਆਲਿਟੀ ਪਬਲੀਕੇਸ਼ਨ ਹੈ, ਬਟ ਅਸੀਂ 2004 'ਚ ਸਟਾਰਟ ਕੀਤਾ ਸੀ। ਈਵਨ ਅਸੀਂ ਮੈਂ ਆਪਣੇ ਆਪ ਨੂੰ ਕੰਸੀਡਰ ਕਰਦਾ ਕਿ ਅਸੀਂ ਇੱਕ ਨਵੀਂ ਪਬਲੀਕੇਸ਼ਨ ਸੀਗੇ ਐਟ ਦੈਟ ਟਾਈਮ। ਸੋ ਈਵਨ ਸਾਡਾ ਇਹ ਗੋਲ ਸੀਗਾ ਕਿ ਨਹੀਂ ਅਸੀਂ ਇਸ 'ਤੇ ਇੱਕ ਪ੍ਰਾਈਸ ਰੱਖਣੀ ਹੈ। ਪਰ ਇਹ ਹੈ ਕਿ ਲੋਕੀ ਜਿਹੜੇ ਆ 20 ਸਾਲ ਤੋਂ ਆਲਮੋਸਟ ਯੂਜ਼ ਟੂ ਹੋ ਚੁੱਕੇ ਨੇ ਕਿ ਨਹੀਂ ਅਸੀਂ ਜੇ ਨਿਊਜ਼ ਉਹਨਾਂ ਨੂੰ ਫ੍ਰੀ ਮਿਲਦੀ ਹੈ ਤੇ ਉਹ ਪੜ੍ਹਨਗੇ, ਨਹੀਂ ਤੇ ਤੁਸੀਂ ਆਪਣੀ ਐਫਰਟ ਪਾ ਸਕਦੇ ਹੋ ਉਹਦੇ 'ਚ, ਤੇ ਬਟ ਮਤਲਬ ਉਹ ਪੜ੍ਹੀ ਨਹੀਂ ਜਾਂਦੀ। ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ ਜਿੱਥੇ ਕਿ ਅਸੀਂ ਪੈਸੇ ਦੇ ਕੇ ਕੋਈ ਚੀਜ਼ ਖਰੀਦੀਏ, ਉਹ ਇੱਕ ਮੈਂਟੈਲਿਟੀ ਨਹੀਂ ਹੈ। ਹਾਂਜੀ, ਬਾਕੀ ਇਹ ਜਿਹੜੀ ਜਿੱਦਾਂ ਆਪਣਾ ਤੁਸੀਂ ਮੇਰੇ ਕੋਲ ਪਹਿਲਾਂ ਕੁਐਸਚਨ ਪੁੱਛਿਆ ਸੀਗਾ ਕਿ ਇੰਟਰਨੈਟ ਦੇ ਆਉਣ ਨਾਲ ਇਹ ਹੋ ਗਿਆ ਕਿ ਜਿਹੜੀ ਵੀ ਨਿਊਜ਼ ਹੈ ਇਟਸ ਸੋ ਰੈਡਲੀ ਅਵੇਲੇਬਲ ਟੂ ਨਾਟ ਐਵਰੀਬਡੀ। ਸੋ ਇਹ ਹੈ ਕਿ ਹੁਣ ਲੋਕੀ, ਕਿਉਂਕਿ ਜਿੱਦਾਂ ਮਾਰਕੀਟ ਜਿਹੜੀ ਹੈ ਕੰਪੈਟੀਟਿਵ ਹੈ, ਜਿਹੜਾ ਕੰਜ਼ਿਊਮਰ ਹੈ ਜਾਂ ਜਿਹੜਾ ਵੀ ਰੀਡਰ ਆ, ਉਹਨੇ ਇਹ ਦੇਖਣਾ ਕਿ ਉਹਨੂੰ ਕਿੱਥੋਂ ਨਿਊਜ਼ ਛੇਤੀ ਸਸਤੀ ਮਿਲਦੀ ਹੈ, ਔਰ ਜੇ ਇੰਟਰਨੈਟ ਹੈਗਾ ਸੋ ਦੈਟ ਮੀਨਸ ਯੂ ਹੈਵ ਟੂ ਬੈਲੈਂਸ ਐਵਰੀਥਿੰਗ ਆਊਟ। ਸੋ ਉਹ ਸਭ ਕੁਝ ਦੇਖਦੇ ਹੋਏ ਤਾਂ ਕਰਕੇ ਮੈਨੂੰ ਲੱਗਦਾ ਹੁਣ ਤੁਸੀਂ ਐਕਚੁਅਲੀ ਨਾਟ ਓਨਲੀ ਸਾਊਥ ਏਸ਼ੀਅਨ ਮੀਡੀਆ, ਕਾਫੀ ਜਗ੍ਹਾ ਤੇ ਮੈਂ ਦੇਖਿਆ ਜਿੱਥੇ ਪ੍ਰੋਵਿੰਸ ਨਿਊਜ਼ਪੇਪਰ ਵੀ free of cost ਮਿਲਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ it's available everywhere ਕਿ you can go pick it up, but it's ਜੋ ਕੁਛ past ਸੀਗਾ it's not the same. Maybe it's because the industry is changing, the market is changing with the internet. So I think ਇਹ ਹੈ ਕਿ ਹਾਂ ਜੇ ਲੋਕੀ pay ਕਰਨ definitely ਉਹਦਾ ਫਾਇਦਾ ਹੈ। ਹਾਈ ਕੁਆਲਿਟੀ ਜਰਨਲਿਜ਼ਮ ਜਿਹੜੀ ਹੈਗੀ ਉਹ ਅੱਗੇ ਆ ਸਸਟੇਨ ਕਰਨ people are supporting yes but unfortunately ਇਹੀ ਚੀਜ਼ ਹੈਗੀ ਕਿ ਇਸ ਦੇ ਵਿੱਚ ਜਿਹੜੇ ਸਾਡੇ ਰਾਈਟਰਸ ਵੀ ਹੈਗੇ ਨੇ, ਉਹਨਾਂ ਕੋਲੋਂ ਵੀ ਇਹੀ ਕੰਪਲੇਂਟਸ ਮਿਲਦੀਆਂ ਨੇ ਕਿ ਜੇ ਕਿਤਾਬ ਛਪਵਾਉਣੀ ਹੈ ਉਹ ਵੀ ਪਹਿਲਾਂ ਲਿਖੋ ਫਿਰ ਛਪਵਾਓ, ਫਿਰ ਲੋਕ ਮੁਫਤ ਆਸ ਕਰਦੇ ਨੇ ਕਿ ਉਹ ਮੁਫਤ ਹੀ ਮਿਲ ਜਾਏਗਾ, ਖਰੀਦਣ ਨੂੰ ਤਿਆਰ ਨਹੀਂ ਹੈ। ਡੈਫੀਨਿਟਲੀ। ਸੋ ਹਾਊ ਕੈਨ ਵੀ ਐਕਸਪੈਕਟ ਕਿ ਵੀ ਫਿਰ ਸਾਡੇ ਚੰਗੀ ਸਿਹਤ ਉੱਥੇ ਆਉਂਦੀ ਰਹੇ। ਇਸ ਪਾਸੇ ਕੋਈ ਆਏਗਾ ਹੀ ਨਹੀਂ ਜੇਕਰ ਆਫਟਰ ਆਲ ਅਲਟੀਮੇਟਲੀ ਤਾਂ ਗੱਲ ਆ ਜਾਂਦੀ ਹੈ ਕਿ ਜਿਹਨੇ ਵੀ ਆਪਣਾ ਘਰ ਦਾ ਚਲਾਣਾ ਹੀ ਹੈਗਾ। ਸੋ ਉਸ ਕਰਕੇ ਜੇਕਰ ਅਸੀਂ ਉਸ ਨੂੰ ਸਪੋਰਟ ਨਹੀਂ ਕਰਦੇ ਤਾਂ ਉਹ ਫਿਰ ਗੱਲ ਬਹੁਤ ਦੇਰ ਚੱਲਦੀ ਨਹੀਂ। ਬਾਹਰ ਹੁਣ ਗੱਲ ਕਰੀਏ ਕਿ ਇੱਕ ਤੁਸੀਂ ਹਰ ਸਾਲ ਫੰਕਸ਼ਨ ਵੀ ਕਰਦੇ ਹੋ ਜਿਸ ਵਿੱਚ ਕਿ ਕਮਿਊਨਿਟੀ ਵਿੱਚੋਂ ਹੀ ਜਿਹੜੇ ਐਕਸਟਰਾ ਆਰਡੀਨਰੀ ਅਚੀਵਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਸਨਮਾਨਿਤ ਕਰਦੇ ਹੈਗੇ ਹੋ, ਤੇ ਇਹ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਤੇ ਇਸ ਦੇ ਪਿੱਛੇ ਕੀ ਤੁਹਾਡਾ ਮਕਸਦ ਹੈਗਾ? ਸਰ ਮਕਸਦ ਸੇਮ ਹੀ ਸੀਗਾ ਜੋ ਅਸੀਂ ਮੈਗਜ਼ੀਨ ਸਟਾਰਟ ਕਰਨ ਲੱਗਿਆ ਰੱਖਿਆ ਸੀਗਾ ਕਿ ਇੱਕ ਬੇਸਿਕਲੀ ਅਸੀਂ ਮੀਡੀਅਮ ਬਣਾਉਣਾ ਚਾਹੁੰਦੇ ਸੀ ਜਿੱਥੇ ਕਮਿਊਨਿਟੀ ਦੀਆਂ ਅਚੀਵਮੈਂਟਸ ਰੈਕਗਨਾਈਜ਼ ਕੀਤੀਆਂ ਜਾ ਸਕਣ, ਔਰ ਜਿਹੜਾ ਦਰਪਣ ਦਾ ਅਸੀਂ ਐਕਸਟਰਾਆਰਡੀਨਰੀ ਅਚੀਵਮੈਂਟ ਅਵਾਰਡਸ ਕਰਦੇ ਹਾਂ ਅਸੀਂ ਇਹ ਸਾਡਾ ਤੀਸਰਾ ਸਾਲ ਹੈ, ਔਰ ਸੈਪਟੈਂਬਰ 14 ਨੂੰ ਅਸੀਂ ਇਸ ਸਾਲ ਕਰ ਰਹੇ ਹਾਂ। ਤੇ ਇੱਕ ਇਹੀ ਸੀਗਾ ਕਿ ਇੱਕ ਸਟੇਜ ਹੋਰ ਇਹਨੂੰ ਐਲੈਬੋਰੇਟ ਕੀਤਾ ਜਾਵੇ, ਇੱਕ ਸਟੇਜ ਇੱਦਾਂ ਦਾ ਬਣਾਇਆ ਜਾਵੇ ਜਿੱਥੇ ਲੋਕਾਂ ਦੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਕਈ ਵਾਰੀ ਅਨਨੋਟਿਸਡ ਚਲੇ ਜਾਂਦੀਆਂ ਨੇ। ਨੋ ਡਾਊਟ ਆਪਾਂ ਮੀਡੀਆ 'ਚ ਉਹਨਾਂ ਨੂੰ ਪੜ੍ਹਦੇ ਹਾਂ ਜਾਂ ਉਹਨਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਵੀ ਮਿਲਦੀ ਹੈ, ਪਰ ਕਈ ਵਾਰੀ ਜਦ ਤੱਕ ਉਸ ਕਿਸੇ ਬੰਦੇ ਨੂੰ ਸਨਮਾਨਿਤ ਨਹੀਂ ਕੀਤਾ ਜਾਂਦਾ ਜਾਂ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਹਾਂਜੀ ਇਹਨਾਂ ਦੀਆਂ ਇਹ ਕੰਟਰੀਬਿਊਸ਼ਨਸ ਨੇ, ਇਸ ਕਰਕੇ ਇਹਨਾਂ ਨੂੰ ਅਸੀਂ ਅਵਾਰਡ ਦੇ ਰਹੇ ਹਾਂ, ਕਈ ਵਾਰੀ ਉਹ ਅਨਨੋਟਿਸਡ ਚਲੇ ਜਾਂਦੀਆਂ ਨੇ। ਸੋ ਦਰਪਣ ਮੈਗਜ਼ੀਨ ਦੇ ਜਿਹੜਾ ਅਸੀਂ ਅਵਾਰਡਸ ਸ਼ੁਰੂ ਕੀਤੇ ਆ, ਇਹਦੇ ਪਿੱਛੇ ਸਾਡਾ ਜਿਹੜਾ ਮਾਈਂਡਸੈਟ ਇਹੀ ਸੀਗਾ ਕਿ ਟੂ ਹੈਵ ਅ ਪਲੈਟਫਾਰਮ ਵੇਅਰ ਇੰਡੀਵਿਜੂਅਲਸ ਕੈਨ ਬੀ ਰੈਕਗਨਾਈਜ਼ਡ ਹੂ ਹੈਵ ਗੋਨ ਅਬਵ ਐਂਡ ਬਿਯੋਂਡ their duty to bring positive changes to the community. ਸੋ ਇਹਦਾ ਕੀ ਇੰਪੈਕਟ ਪੈ ਰਿਹਾ ਜਿਹੜਾ ਫੰਕਸ਼ਨਸ ਹੋ ਰਹੇ ਨੇ ਇਹਦੇ ਨਾਲ, ਖਾਸ ਤੌਰ ਤੇ ਜਿਹੜੇ ਲੋਕ ਆਉਂਦੇ ਨੇ ਕਿੰਨਾ ਕੋਈ ਇਨਸਪਾਇਰ ਕਰ ਸਕਦੇ ਨੇ ਬਾਕੀ? ਸਰ ਇੰਸਪੀਰੇਸ਼ਨਸ ਦੀ ਗੱਲ ਇਹ ਹੈ ਕਿ ਸਪੈਸ਼ਲੀ ਜਿੱਦਾਂ ਇੰਸਪਾਇਰ ਤਾਂ ਲੋਕੀ ਬਹੁਤ ਹੋ ਰਹੇ ਨੇ। ਬਾਕੀ ਹੁਣ ਜਿੱਦਾਂ ਸਾਡਾ ਪਹਿਲੇ ਸਾਲ ਅਸੀਂ ਸਟਾਰਟ ਕੀਤਾ ਸੀਗਾ, ਇਹ ਸਾਡਾ ਤੀਸਰਾ ਸਾਲ ਹੈਗਾ। ਸਾਡੇ ਕੋਲ ਨੋਮੀਨੇਸ਼ਨਸ ਇਹ ਓਪਨ ਨੋਮੀਨੇਸ਼ਨ ਪ੍ਰੋਸੈਸ ਹੈਗਾ, anybody can nominate anybody, ਔਰ ਤੁਸੀਂ ਆਪਣੇ ਆਪ ਨੂੰ ਵੀ ਨੋਮੀਨੇਟ ਕਰ ਸਕਦੇ ਹੋ। ਨੋਮੀਨੇਸ਼ਨਸ ਤੋਂ ਸਾਨੂੰ ਪਤਾ ਲੱਗਾ ਹੈ ਕਿ ਲੋਕੀ ਕਿੰਨੇ ਤਤਪਰ ਨੇ ਅਵਾਰਡਸ ਜਿੱਤਣ ਲਈ ਤੇ ਉੱਥੇ ਆਉਣ ਲਈ। we've received lot of nominations this year
ਤਾਂ ਉੱਥੋਂ ਪਤਾ ਲੱਗਦਾ ਕਿ ਯੈਸ ਚੇਂਜਸ ਆਰ ਹੈਪਨਿੰਗ। ਆਈ ਮੀਨ ਇਟਸ ਗੈਟਿੰਗ ਕੰਪੈਟੀਟਿਵ। Right. ਕਈ ਨੋਮੀਨੀਜ਼ ਇੱਦਾਂ ਦੇ ਹੈਗੇ ਨੇ, ਉਹਨਾਂ ਦੇ 3 ਸਾਨੂੰ ਨੋਮੀਨੇਸ਼ਨਸ ਆਏ ਹੈਗੇ ਨੇ। ਸੋ ਇਟਸ ਵੈਰੀ ਕੰਪੈਟੀਟਿਵ, ਇਟਸ ਬਿਕਮਿੰਗ ਵੈਰੀ ਕੰਪੈਟੀਟਿਵ ਨਾਓ। ਰਾਈਟ, ਬਹੁਤ ਖੂਬ ਜੀ, ਤੇ ਮੁਬਾਰਕਾਂ ਕਿ ਤੁਸੀਂ ਇਹ ਇਨੀਸ਼ੀਏਟਿਵ ਲਿਆ ਕਿ ਕਮਿਊਨਿਟੀ ਦੀ ਹੀ ਅਚੀਵਮੈਂਟਸ ਨੂੰ ਤੁਸੀਂ ਅੱਗੇ ਲਿਆ ਕੇ ਲੋਕਾਂ ਤੱਕ ਲਿਆਉਂਦੇ ਹੋ। ਸ਼ੁਭਕਾਮਨਾਵਾਂ ਐਂਡ ਬੈਸਟ ਵਿਸ਼ੇਸ। ਥੈਂਕ ਯੂ। ਸੋ ਅੱਜ ਇਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਜੀ, ਮੀਡੀਆ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ ਕਿ ਕੰਪੀਟੀਟਿਵ ਇਸ ਯੁੱਗ ਦੇ ਵਿੱਚ ਜੇਕਰ ਲੋਕ ਸਹਿਯੋਗ ਨਹੀਂ ਦੇਣਗੇ ਸਾਊਥ ਏਸ਼ੀਅਨ ਮੀਡੀਆ ਨੂੰ ਤਾਂ ਹੋਰ ਕੌਣ ਦੇਗਾ। ਅੱਜ ਜਿਹੜਾ ਇਹ ਪਿਰਤ ਪੈ ਗਈ ਕਿ ਅਸੀਂ ਮੁਫਤ ਚੀਜ਼ ਲੈ ਕੇ ਹੀ ਪੜ੍ਹਨੀ ਚਾਹੁੰਦੇ ਹਾਂ ਜਾਂ ਵੇਖਣੀ ਚਾਹੁੰਦੇ ਹਾਂ, ਇਸ ਨਾਲ ਨੁਕਸਾਨ ਹੋ ਰਿਹਾ ਕਿ ਜੇਕਰ ਅਸੀਂ ਐਕਸਪੈਕਟ ਕਰਦੇ ਹਾਂ ਹਾਈ ਕੁਆਲਿਟੀ ਜਰਨਲਿਜ਼ਮ ਤਾਂ ਉਸ ਵਾਸਤੇ ਸਾਨੂੰ ਵੀ ਸਪੋਰਟ ਕਰਨੀ ਪਏਗੀ, ਤਦ ਹੀ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਮੀਡੀਆ ਨੂੰ ਹੋਰ ਸਟਰੋਂਗ ਕਰ ਸਕਦੇ ਹਾਂ।